टुडे वी विल बी डूइंग 3 टॉपिक्स, ठीक है। वन विल बी द सतलुज यमुना लिंक कनाल का जो इशू है। सेकंड टॉपिक दैट विल बी डूइंग इज इंडस वाटर ट्रीटी, ये दोनों न्यूज में रहे हैं, पूरा साल न्यूज में रहे हैं। देन थर्ड वी विल बी डूइंग लीबियन क्राइसिस, बिकॉज मेनी ऑफ यू हैव आस्क्ड दैट यू आर नॉट एबल टू गेट व्हाट इज हैपनिंग इन लीबिया, ठीक है। चलिए, तो फर्स्ट हम स्टार्ट करते हैं। अच्छा, मुझे ये बताया जाए कि जो सतलुज यमुना लिंक कैनाल है, इसमें जो इशू है वो कौन से रिवर के वाटर को लेके है? कैन एनीबॉडी टेल मी? किसी ने पढ़ा होगा, आप लोग पीसीएस की तैयारी कर रहे हो सकता है महीने डेढ़ महीने में आपका पेपर भी आके खड़ा हो जाए। तो व्हाट आर द रिवर्स इन्वॉल्व्ड इन सतलुज यमुना लिंक कैनाल? कमेंट कीजिए। सतलुज, ब्यास एंड रावी, यमुना, ओके। चलिए, आप लोगों को पता है कि चलो पंजाबी च गल कर लेने आज, यस्टरडेज क्लास वाज इन हिंदी, आई विल ट्राई टू स्पीक इन पंजाबी, ठीक है। सो इन 1960 हैपेंड दी इंडस वाटर ट्रीटी, ठीक है। ਸਾਡੇ ਕੋਲ ਹੈ ਇੰਡਸ ਵਾਟਰ ਟ੍ਰੀਟੀ, ਜਿਹਦੇ ਵਿੱਚ ਈਸਟਰਨ ਰਿਵਰਸ ਦਾ ਜਿਹੜਾ ਫੁੱਲ ਅਨਰਿਸਟ੍ਰਿਕਟਿਡ ਰਾਈਟਸ ਨੇ ਉਹ ਮਿਲੇ ਇੰਡੀਆ ਨੂੰ, ਐਂਡ ਵੈਸਟਰਨ ਰਿਵਰਸ ਦੇ ਜਿਹੜੇ ਅਨਰਿਸਟ੍ਰਿਕਟਿਡ ਰਾਈਟਸ ਨੇ ਉਹ ਮਿਲੇ ਪਾਕਿਸਤਾਨ ਨੂੰ, ਠੀਕ ਹੈ। ਦ ਥ੍ਰੀ ਰਿਵਰਸ ਦੈਟ ਵੀ ਗॉट वर ਰਾਵੀ, ਬਿਆਸ ਐਂਡ ਸਤਲੁਜ। they were a part of the Indus river system, ठीक है। ਤੇ ਉਹਦੇ ਰਾਈਟਸ ਮਿਲੇ ਇੰਡੀਆ ਨੂੰ, ਮਿਲ ਗਏ। ਹੁਣ 1960 ਵਿੱਚ ਮਿਲ ਗਏ। ਪੰਜਾਬ ਵਾਸ ਆਲਸੋ ਯੂਜ਼ਿੰਗ ਦ ਵਾਟਰਸ ਆਫ ਥੀਸ ਰਿਵਰਸ। ਉਸ ਤੋਂ ਬਾਅਦ ਕੀ ਹੋਇਆ? 31 ਅਕਤੂਬਰ 1966 ਨੂੰ ਕੀ ਹੋਇਆ? ਕੋਈ ਮੈਨੂੰ ਦੱਸ ਸਕਦਾ ਹੈ 31 ਅਕਤੂਬਰ 1966 ਨੂੰ ਕੀ ਚੀਜ਼ ਹੋਈ ਸੀ? Anyone, what happened on 31 October 1966? Okay, there was the bifurcation of Haryana. Punjab was reorganized. Earlier it was the undivided Punjab. Then out of Punjab came this current Punjab. Then there is Haryana, and then there was Himachal. But at that time, Himachal was a union territory. It was not a state. It became a state later on. Okay, so Punjab was that big of a state, but then it was reorganized 31 October 1966 Punjab Day, and it was divided. ਹੁਣ ਇੱਥੋਂ ਫਿਰ ਜਿਹੜਾ ਇਸ਼ੂ ਸ਼ੁਰੂ ਹੋਇਆ ਉਹ ਸ਼ੁਰੂ ਹੋਇਆ ਰਿਵਰ ਦਾ, ਰਿਵਰ ਵਾਟਰ ਦਾ, ਕਿ ਜਿਹੜਾ ਵਾਟਰ ਹੈ ਹਰਿਆਣਾ ਵਾਂਟਡ ਅਸ ਟੂ ਸ਼ੇਅਰ ਵਾਟਰ, ਬਟ ਪੰਜਾਬ ਡਿਡ ਨਾਟ ਵਾਂਟ ਟੂ ਸ਼ੇਅਰ ਵਾਟਰ ਬਿਕੋਜ਼ ਪੰਜਾਬ ਸਟੇਟਡ ਵੀ ਆਰ ਅਪਰ ਰੈਟੀਰੀਅਨ, ਕਿ ਸਾਡੇ ਕੋਲ ਇਹ ਰਿਵਰ ਹੈ। ਕਿ ਤੁਸੀਂ ਜੇ ਰਿਵਰ ਨੂੰ ਦੇਖੋ ਨਾ, ਇਹ ਤੁਸੀਂ ਮੈਪ ਦੇਖੋ ਸਕਰੀਨ ਤੇ, ਦਿਸ ਇਜ਼ ਰਾਵੀ, ਦਿਸ ਇਜ਼ ਬਿਆਸ ਐਂਡ ਦਿਸ ਇਜ਼ ਸਤਲੁਜ। ਵੇਅਰ ਇਜ਼ ਇਟ ਗੋਇੰਗ ਇਨ ਹਰਿਆਣਾ? ਨੋਵੇਅਰ ਇਟ ਇਜ਼ ਗੋਇੰਗ ਇਨ ਹਰਿਆਣਾ, ਬਟ बिकॉज पंजाब ਦੇ ਵਿੱਚੋਂ ਹੀ ਨਿਕਲ ਕੇ ਹਰਿਆਣਾ ਬਣਿਆ ਹੈ। ਹਰਿਆਣਾ said we also want water, ਠੀਕ ਹੈ। ਤੇ ਪਹਿਲਾਂ ਤਾਂ ਪੰਜਾਬ ਨਹੀਂ ਮੰਨ ਰਿਹਾ ਸੀਗਾ, ਲੇਕਿਨ then ਇੰਦਰਾ ਗਾਂਧੀ intervened, and in 1981 it was decided that Punjab will be sharing water with Haryana, ਠੀਕ ਹੈ। ਪਹਿਲਾਂ ਜਿਹੜਾ ਰਾਵੀ ਬਿਆਸ ਦਾ ਵਾਟਰ ਹੈ, it is 15.85 MAF ਉਸ ਟਾਈਮ ਤੇ, ਠੀਕ ਹੈ। that is million acre feet, ਜਿਹਦੇ ਵਿੱਚੋਂ 8 ਏਕੜ ਫੀਟ ਹੈ ਜਿਹੜਾ 8 MAF goes to Rajasthan, JNK ਕੋਲ ਜਾਂਦਾ ਸੀਗਾ 0.65 and ਪੰਜਾਬ ਦੇ ਕੋਲ ਸੀਗਾ 7.20 MAF, ਠੀਕ ਹੈ। ਹੁਣ ਇਹ ਡਿਸਾਈਡ ਹੋਇਆ ਸੀਗਾ 1982 ਦੇ ਵਿੱਚ ਕਿ 3.5 MAF will go to ਹਰਿਆਣਾ, ਠੀਕ ਹੈ। ਇੰਦਰਾ ਗਾਂਧੀ ਨੇ ਇੰਟਰਵੀਨ ਕੀਤਾ ਉਸ ਟਾਈਮ ਤੇ, ਇਹ ਚੀਜ਼ ਜਿਹੜੀ ਹੋ ਗਈ। ਸਤਲੁਜ ਯਮੁਨਾ ਲਿੰਕ ਕਨਾਲ ਹੈ ਜਿਹੜਾ, ਉਹਦੀ ਵਾਟਰ ਸ਼ੇਅਰਿੰਗ ਦੇ ਲਈ ਜਿਹੜੇ ਨੀਂਹ ਪੱਥਰ ਰੱਖਿਆ ਗਿਆ ਸੀਗਾ, ਉਹ ਰੱਖਿਆ ਗਿਆ ਸੀਗਾ 1982 ਦੇ ਵਿੱਚ। ਕਿੱਥੇ ਰੱਖਿਆ ਗਿਆ ਸੀਗਾ? ਕਪੂਰੀ ਵਿਲੇਜ ਇਨ ਪਟਿਆਲਾ, ਠੀਕ ਹੈ। ਆ ਜਿਹੜਾ ਪੰਜਾਬ ਐਂਡ ਹਰਿਆਣਾ ਬਾਰਡਰ ਹੈ ਪਟਿਆਲਾ ਦੇ ਕੋਲ, ਉੱਥੇ ਇੱਕ ਵਿਲੇਜ ਹੈ ਕਪੂਰੀ ਵਿਲੇਜ, ਉੱਥੇ ਨੀਂਹ ਪੱਥਰ ਰੱਖਿਆ ਗਿਆ ਸੀਗਾ ਫॉर द सतलुज यमुना लिंक canal over here, ठीक है। सतलुज यमुना लिंक canal was supposed to be how long? It is 214 kilometers, ਜਿਹਦੇ ਵਿੱਚ ਇੰਡੀਆ ਜਿਹੜਾ ਪੰਜਾਬ ਹੈ ਉਹਦੇ ਕੋਲ ਆਂਦਾ ਹੈ 122 kilometers, ਐਂਡ ਹਰਿਆਣਾ ਦੇ ਕੋਲ ਕਿੰਨਾ ਆਂਦਾ ਹੈ 92 kilometers। ਜਿਹੜਾ ਤਾਂ ਹਰਿਆਣਾ ਹੈ ਉਹਨੇ ਆਪਣੇ 92 ਕਿਲੋਮੀਟਰ ਜਿਹੜੇ ਨੇ ਬਹੁਤ ਪਹਿਲਾਂ ਹੀ ਪੂਰੇ ਕਰ ਲਏ ਨੇ, ਠੀਕ ਹੈ। ਲੇਕਿਨ ਜਿਹੜੇ ਪੰਜਾਬ ਦੇ 122 ਕਿਲੋਮੀਟਰਸ ਨੇ ਕਨਾਲ ਦੇ, ਉਹ ਹੈ ਆਪਾਂ ਹਲੇ ਤੱਕ ਕੰਪਲੀਟ ਨਹੀਂ ਕੀਤੇ ਨੇ, ਤੇ ਹਰਿਆਣਾ ਇਸ ਡਿਮਾਂਡਿੰਗ ਕਿ ਅਸੀਂ ਉਹਨੂੰ ਕੰਪਲੀਟ ਕਰੀਏ, ਠੀਕ ਹੈ। ਪੰਜਾਬ ਵਿੱਚ ਅਕਾਲੀਜ਼ ਨੇ ਕਪੂਰੀ ਮੋਰਚਾ ਲਾਂਚ ਕਰ ਦਿੱਤਾ ਕਿ ਨਹੀਂ, ਅਸੀਂ ਪਾਣੀ ਜਿਹੜਾ ਹੈ ਅਸੀਂ ਨਹੀਂ ਦੇਵਾਂਗੇ, ਠੀਕ ਹੈ। ਉਸ ਤੋਂ ਬਾਅਦ ਫਿਰ ਪੰਜਾਬ ਵਿੱਚ ਮਿਲੀਟੈਂਸੀ ਆ ਗਈ, ਜਿਹਦੇ ਕਾਰਨ ਹੈ ਫਿਰ ਚੜਾ ਕੰਸਟਰਕਸ਼ਨ ਹੈ ਜਿਹੜੀ ਉਹ ਰੁਕੀ ਰਹੀ ਇਹ ਕਨਾਲ ਲਿੰਕ ਦੀ। ਉਸ ਤੋਂ ਬਾਅਦ 1985 ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਇੱਕ ਰਾਜੀਵ ਲੋਂਗੋਵਾਲ ਅਕੋਰਡ ਹੋਇਆ ਸੀਗਾ। ਉਸ ਅਕੋਰਡ ਦੇ ਅੰਡਰ ਇਹ ਚੀਜ਼ ਡਿਸਾਈਡ ਕੀਤੀ ਗਈ ਕਿ ਇੱਕ ਨਵਾਂ ਟ੍ਰਿਬਿਊਨਲ ਸੈਟਅਪ ਹੋਏਗਾ,
ਉਹ ਟ੍ਰਿਬਿਊਨਲ ਡਿਸਾਈਡ ਕਰੇਗਾ ਕਿ ਪਾਣੀ ਜਿਹੜਾ ਹੈ ਕਿੰਨੀ ਮਾਤਰਾ ਦੇ ਵਿੱਚ ਅਸੀਂ ਹਰਿਆਣਾ ਨਾਲ ਸ਼ੇਅਰ ਕਰਨਾ ਹੈ, ਠੀਕ ਹੈ। ਤੇ ਹੁਣ ਉਹ ਤੋਂ ਬਾਅਦ ਤੁਹਾਨੂੰ ਪਤਾ ਹੈ ਆਫਟਰ ਸਾਈਨਿੰਗ ਆਫ ਦਿਸ ਰਾਜੀਵ ਲੋਂਗੋਵਾਲ ਵਾਸ ਅਸੈਸੀਨੇਟਡ ਬਾਈ ਦ ਮਿਲੀਟੈਂਟਸ, ਠੀਕ ਹੈ, 1 ਮੰਥ ਆਫਟਰ ਦਿਸ, ਜਿਹਦੇ ਕਾਰਨ ਉਹ ਤੋਂ ਬਾਅਦ 1987 ਦੇ ਵਿੱਚ ਸਾਡੇ ਕੋਲ ਬੈਠਿਆ ਇੱਕ ਕਮਿਸ਼ਨ ਜਿਹਦਾ ਨਾਮ ਸੀਗਾ ਇਰਾਡੀ ਟ੍ਰਿਬਿਊਨਲ। ਇਰਾਡੀ ਟ੍ਰਿਬਿਊਨਲ ਬੈਠਿਆ। ਇਰਾਡੀ ਟ੍ਰਿਬਿਊਨਲ ਨੇ ਕਿਹਾ ਕਿ ਇਹ ਜਿਹੜਾ ਵਾਟਰ ਹੈ, ਜਿਹੜਾ ਜਿਹਨੂੰ ਲੈ ਕੇ ਅਸੀਂ ਇਸ਼ੂ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜਾ ਸ਼ੇਅਰਿੰਗ ਦਾ ਇਸ਼ੂ ਹੈ, 5 MAF should go to Punjab and 3.83 MAF ਉਹਨਾਂ ਦੁਆਰਾ ਰੀਅਸੈਸ ਕੀਤਾ ਕਿ ਕਿੰਨਾ ਪਾਣੀ ਹੈ, ਤਾਂ they said 5 MAF should go to Punjab and 3.83 MAF should go to Haryana। अर्लीयर जब इंदिरा गांधी ਦੇ ਟਾਈਮ ਤੇ ਗੱਲ ਹੋਈ ਸੀ ਤਾਂ ਉਹਨਾਂ ਨੇ ਆਲਮੋਸਟ ਇਕੁਅਲ ਡਿਵੀਜ਼ਨ ਕਰ ਦਿੱਤੀ ਸੀਗੀ ਪੰਜਾਬ ਤੇ ਹਰਿਆਣਾ ਦੇ ਵਿੱਚ ਵਾਟਰ ਦੀ। ਲੇਕਿਨ ਜਿਹੜੀ ਹੁਣ ਇਰਾਡੀ ਟ੍ਰਿਬਿਊਨਲ ਬੈਠਾ ਸੀਗਾ, ਇਹਨੇ ਸਾਨੂੰ ਜ਼ਿਆਦਾ ਪਾਣੀ ਦਿੱਤਾ ਪੰਜਾਬ ਨੂੰ, ਹਰਿਆਣਾ ਨੂੰ ਥੋੜਾ ਜਿਹਾ ਘੱਟ ਪਾਣੀ ਦਿੱਤਾ। ਐਂਡ ਫਿਰ ਇਹ ਗੱਲ ਹੋਈ ਕਿ ਹੁਣ ਕਨਾਲ ਦੀ ਕੰਸਟਰਕਸ਼ਨ ਨੂੰ ਕੰਪਲੀਟ ਕੀਤਾ ਜਾਵੇ। 1990s ਦੇ ਵਿੱਚ ਦੁਬਾਰਾ ਹਾਲਟ ਹੋ ਗਿਆ ਕਿਉਂਕਿ ਮਿਲੀਟੈਂਸੀ ਸੀਗੀ ਪੰਜਾਬ ਦੇ ਵਿੱਚ। ਫਿਰ ਹਰਿਆਣਾ ਚਲਾ ਗਿਆ ਸੁਪਰੀਮ ਕੋਰਟ ਦੇ ਵਿੱਚ ਕਿ ਅਸੀਂ ਤਾਂ ਆਪਣੀ ਸਾਈਡ ਕੰਪਲੀਟ ਕਰਕੇ ਬੈਠੇ ਆ, ਤੁਸੀਂ ਹੁਣ ਪੰਜਾਬ ਨੂੰ ਕਹੋ ਕਿ ਆਪਣੀ ਸਾਈਡ ਕੰਪਲੀਟ ਕਰੇ। ਪੰਜਾਬ ਮੰਨਿਆ ਨਹੀਂ ਸੁਪਰੀਮ ਕੋਰਟ ਦੀ ਗੱਲ। ਐਂਡ ਫਿਰ 2002 ਦੇ ਵਿੱਚ ਫਿਰ ਇਹ ਕੇਸ ਫਰਦਰ ਹੋਇਆ, ਬਟ ਸਟਿਲ ਪੰਜਾਬ ਡਿਡ ਨਾਟ ਅਗਰੀ। ਪੰਜਾਬ ਨੇ ਕੀ ਕੀਤਾ, ਪੰਜਾਬ ਲੈ ਕੇ ਆਇਆ ਪੰਜਾਬ ਟਰਮੀਨੇਸ਼ਨ ਆਫ ਅਗਰੀਮੈਂਟ ਐਕਟ 2004। ਪੰਜਾਬ ਲੈ ਕੇ ਆਇਆ ਪੰਜਾਬ ਟਰਮੀਨੇਸ਼ਨ ਆਫ ਅਗਰੀਮੈਂਟ ਐਕਟ 2004, ਜਿਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਅਸੀਂ 1981 ਦਾ ਜਿਹੜਾ ਇੰਦਰਾ ਗਾਂਧੀ ਦੇ ਟਾਈਮ ਦਾ ਅਗਰੀਮੈਂਟ ਹੈ, ਅਸੀਂ ਨਹੀਂ ਵਾਟਰ ਸ਼ੇਅਰ ਕਰਨਾ, ਅਸੀਂ ਇਸ ਵਾਟਰ ਸ਼ੇਅਰਿੰਗ ਅਗਰੀਮੈਂਟ ਤੋਂ ਹੱਥ ਪਿੱਛੇ ਖਿੱਚ ਰਹੇ ਹਾਂ, ਅਸੀਂ ਨਹੀਂ ਇਹ ਕਰਨਾ। ਇਹ ਵਾਲਾ ਐਕਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਹੁਣ ਇਹ ਐਕਟ ਵੈਲਿਡ ਹੈ ਜਾਂ ਨਹੀਂ ਹੈ, ਕਨਸਟੀਟਿਊਸ਼ਨਲ ਹੈ ਜਾਂ ਨਹੀਂ ਹੈ, ਇਹਦੇ ਲਈ ਪ੍ਰੈਜ਼ੀਡੈਂਟ ਨੇ, ਸਾਡੇ ਜਿਹੜੇ ਪ੍ਰੈਜ਼ੀਡੈਂਟ ਹੈ, ਉਹਨਾਂ ਨੇ ਸੁਪਰੀਮ ਕੋਰਟ ਤੋਂ ਐਡਵਾਈਸ ਮੰਗਿਆ। ਅੰਡਰ ਆਰਟੀਕਲ 143 ਸਬਸੈਕਸ਼ਨ 1 ਜਿਹੜਾ ਪ੍ਰੈਜ਼ੀਡੈਂਟ ਹੈ ਉਹ ਪੁੱਛ ਸਕਦੇ ਨੇ, ਸੁਪਰੀਮ ਕੋਰਟ ਤੋਂ ਐਡਵਾਈਸ ਲੈ ਸਕਦੇ ਨੇ ਕਿਸੇ ਵੀ ਪੋਲੀਟੀਕਲ ਜਾਂ ਕਨਸਟੀਟਿਊਸ਼ਨਲ ਇਸ਼ੂ ਤੇ। ਦੇ ਕੈਨ ਆਸਕ ਕਿ ਇਜ਼ ਇਟ ਵੈਲਿਡ ਔਰ ਨੋਟ। ਅੰਡਰ ਆਰਟੀਕਲ 143 सबसेक्शन 1 एडवाइजरी जुरिसडिक्शन है, उन्होंने मर्जी है सुप्रीम कोर्ट दी, वो एडवाइस देना चाहते ने नहीं देना चाहते, उन्होंने मर्जी है। लेकिन अंडर आर्टिकल 143 सबसेक्शन 2 the supreme court is bound to give this एडवाइस, उन्होंने अपना ओपिनियन देना ही देना पड़ेगा। लेकिन पंजाब दा जेड़ा 2004 दा एक्ट है ओदे लई जेड़ा एडवाइस मंगया वो मंगया गया सी अंडर आर्टिकल 143 सबसेक्शन 1 एडवाइजरी जुरिसडिक्शन है सुप्रीम कोर्ट दी। हुण गल की होई, सुप्रीम कोर्ट ने कह दिता कि जेड़ा पंजाब दा 2004 दा एक्ट है जिदे तहत उन्होंने अपनी वापस खिंच लिया सी कि ਅਸੀਂ ਪਾਣੀ ਨਹੀਂ ਦਵਾਂਗੇ ਹਰਿਆਣਾ ਨੂੰ, ਇਟ ਇਜ਼ ਅਨਕਨਸਟੀਟਿਊਸ਼ਨਲ, ਠੀਕ ਹੈ। पंजाब ने ਜਿਹੜਾ ਇਹ ਐਕਟ ਲੈ ਕੇ ਆਂਦਾ ਇਹ ਅਨਕਨਸਟੀਟਿਊਸ਼ਨਲ ਹੈ, ਜਿਹਦੇ ਕਰਕੇ ਫਿਰ ਸੁਪਰੀਮ ਕੋਰਟ ਨੇ ਬੋਲਿਆ ਕਿ ਤੁਸੀਂ ਕਨਾਲ ਦੀ ਜਿਹੜੀ ਕੰਸਟਰਕਸ਼ਨ ਹੈ ਉਹਨੂੰ ਤੁਸੀਂ ਕੰਪਲੀਟ ਕਰਨਾ ਹੀ ਕਰਨਾ ਹੈ। ਲੇਕਿਨ ਫਿਰ ਨਹੀਂ ਮੰਨਿਆ ਪੰਜਾਬ। ਐਂਡ ਦੈਨ ਹਰਿਆਣਾ ਅਗੇਨ ਵੈਂਟ ਟੂ ਸੁਪਰੀਮ ਕੋਰਟ ਐਂਡ उस टाइम ते भी तद पंजाब ने अपनी गल ये रखी कि जेड़ा तुसी आर्टिकल 143 सबसेक्शन 1 दे अंदर सानू कह रहे हैं ये तो तुहाडी एडवाइजरी जुरिसडिक्शन है, प्रेसिडेंट ने तुहाडे कोलों सिर्फ ते सिर्फ एक एडवाइस मंगिया सीगा, तुसी एडवाइस सिर्फ प्रेसिडेंट नू दे सकदे हो, तुसी ऑर्डर नहीं इशू कर सकदे अंडर आर्टिकल 143 सबसेक्शन 1, ठीक है। पंजाब ने ये स्टैंड रखता। नाल ही पंजाब ने एक बहुत बड़ी चलाकी कह सकदे एक तरीके दी पंजाब ले आया पंजाब सतलुज यमुना लिंक कनाल रिहैबिलिटेशन एंड रिवेस्टिंग ऑफ प्रॉपर्टी राइट्स बिल 2016। बिल का नाम है तुहानू पीडीएफ पता लग जाएगा। एक बिल लेके आ गए। इस बिल के अंदर उन्होंने की कीता कि जिन्हां दी जमीन एक्वायर कीती सी सतलुज यमुना लिंक बनाने दे लई पंजाब ने किसानां नूं जिन्हां तो भी जमीन लई सी उन्होंने बोला तुसीं साडे पैसे वापस मोड़ दो, तुहाडी जमीन तुहानू वापस चली जाएगी कि असीं तां कनाल नहीं बनाना, असीं नहीं देना, असीं सारा कुछ बंद कर रहे हैं, अपनी अपनी जमीनां वापस लो। लेकिन ओदे ते सुप्रीम कोर्ट ने रोक लगा दी कि ये बिल पास नहीं हो सकता, ये एक्ट नहीं बन सकता है एंड स्टेटस को मेंटेन है। तो हुण हालात की है, हरियाणा कंप्लीट करके बैठा है कनाल, पंजाब कंप्लीट नहीं कर रहा, पंजाब कदी कोई एक्ट ले आंदा कदी कोई एक्ट ले आंदा, सुप्रीम कोर्ट ओदे ते रोक लगा दिंदा है। हुण यह न्यूज़ विच क्यों रहा है पूरा साल, क्योंकि कोर्ट ने कहा है दैट सेंटर नीड्स टू इंटरवीन एंड दोनों दे विच मीडिएशन करो ते इन्हां नूं मनाओ, ठीक है। हुण जल शक्ति मिनिस्ट्री ये कह रही है जिहड़ी वाटर रिसोर्सेस नाल रिलेटेड है, वो कह रही तुसीं कनाल कंप्लीट करो, वाटर किवें डिवाइड करना है ये असीं बाद विच देख लांगे, ठीक है। हुण यह गल चल रही है। हुण इहदे विच इंपॉर्टेंट की है कि वाटर स्टेट सब्जेक्ट है या वाटर सेंटर सब्जेक्ट है, ये मैनूं कोई दस्से।
कमेंट सेक्शन में वाटर स्टेट सब्जेक्ट है या वाटर सेंटर सब्जेक्ट है? ओके, जेड़ा वाटर है, water supply, water irrigation, water canal, water storage, it is a state subject. लेकिन interstate rivers and interstate river valleys, they are a union list subject. ठीक है, entry number 17 relates to water in state list and entry number 56 in union list relates to inter river waters. ठीक है, ਹੁਣ देखो वाटर स्टोर करना है, वाटर दी इरिगेशन करनी है, ये सारा स्टेट सब्जेक्ट है। लेकिन जे इंटर स्टेट रिवर है, ठीक है, ਉਹ ਕਿਹਦੇ ਹੱਥ ਵਿੱਚ ਆਂਦਾ ਹੈ? that comes under union list entry number 56। ਠੀਕ ਹੈ, ਹੁਣ ਤੱਕ ਇਹ ਇਸ਼ੂ ਚੱਲ ਰਿਹਾ ਹੈ। ਇਹਦੇ ਵਿੱਚ ਕੁਝ ਫੈਕਚੁਅਲ ਚੀਜ਼ਾਂ ਵੀ ਨੇ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਪਹਿਲੀ ਗੱਲ ਤੇ 2014 ਕਿਲੋਮੀਟਰ ਲੰਬਾ ਕਨਾਲ ਹੈ। 122 comes with ਪੰਜਾਬ, 92 comes with ਹਰਿਆਣਾ। ਇਹ ਸਟਾਰਟ ਹੁੰਦਾ ਹੈ, ਕਨਾਲ ਕਿੱਥੋਂ ਸ਼ੁਰੂ ਹੁੰਦਾ? ਤੁਸੀਂ ਆਹ ਦੇਖੋ, ਇਹ ਯਮੁਨਾ ਹੈ। ਤੁਸੀਂ ਆਹ ਫੋਟੋ ਜੇ ਤੁਸੀਂ ਦੇਖੋਗੇ, this ਪੰਜਾਬ map you look at it, this is ਯਮੁਨਾ ਕਨਾਲ। it is to be connected with this what I am drawing, this is the Satluj canal, this has to be linked। so here this canal starts at Palla village near Delhi, here it starts। ठीक है, पंजाब ਦੇ ਵਿੱਚ ਜਿਹੜਾ ਹੈ it starts near Anandpur Sahib Hydel channel near Luhan Khad, few miles from the Kartarpur Sahib Ropar। ਇਹ ਜਿਹੜਾ ਸਾਰਾ ਕੁਝ ਹੈ ਤੁਹਾਨੂੰ ਪੀਡੀਐਫ ਵਿੱਚ ਦਿੱਤਾ ਜਾਏਗਾ। ਯਾਨੀ ਕਿ ਇੱਥੋਂ ਸਤਲੁਜ ਵਾਲਾ ਸਟਾਰਟ ਹੁੰਦਾ ਹੈ, ਠੀਕ ਹੈ, ਰੋਪੜ ਦੇ ਕੋਲ। ਇਹ ਹੈ ਦਿੱਲੀ ਦੇ ਕੋਲ, ਇਹਨੂੰ ਅਸੀਂ ਕਨੈਕਟ ਕਰਨਾ ਹੈ। ਇਟ ਵਿਲ ਗੋ ਥਰੂ ਵਾਟ? ਇਟ ਵਿਲ ਗੋ ਥਰੂ ਹਰਿਆਣਾ, ਜਿਹਦੇ ਥਰੂ ਅਸੀਂ ਸਤਲੁਜ ਨੂੰ ਯਮੁਨਾ ਦੇ ਕਨਾਲ ਨਾਲ ਲਿੰਕ ਕਰਨਾ ਹੈ। ਦੋਨਾਂ ਨੂੰ ਅਸੀਂ ਲਿੰਕ ਕਰਨਾ ਹੈ, ਜਿਹਦੇ ਕਰਕੇ ਇੰਨੀ ਜ਼ਿਆਦਾ ਜਿਹੜੀ ਕੰਟੈਂਸ਼ਨ ਹੈ ਉਹ ਹੋ ਰਹੀ ਹੈ। ਬਟ ਅਸੀਂ ਲਿੰਕ ਕਰਾਂਗੇ, ਅਸੀਂ ਪਾਣੀ ਸ਼ੇਅਰ ਕਰਾਂਗੇ, ਲੇਕਿਨ ਪੰਜਾਬ ਕਹਿ ਰਿਹਾ ਕਿ ਅਸੀਂ ਜਿਹੜਾ ਪਾਣੀ ਹੈ ਉਹ ਨਹੀਂ ਸ਼ੇਅਰ ਕਰਨਾ ਹੈ। ਹੁਣ ਜੇ ਤੁਸੀਂ ਆਹ ਵਾਲਾ ਮੈਪ ਦੇਖੋ ਜਿਹੜਾ ਦੂਸਰਾ ਹੈ, ਦਿਸ ਆਈ ਹੈਵ ਟੇਕਨ ਫਰੋਮ ਦ ਟ੍ਰਿਬਿਊਨ। ਠੀਕ ਹੈ, सब तो पहला ऊपर जिथे मैं ब्लैक मार्क कर रही हूं, दिस इज थेन डैम। ओके, ये है रावी रिवर, हिमाचल तो आ रही है रावी, ऊपर है थेन डैम। थल्ले आ जिहड़ी चीज है इथों है ब्यास दा ओरिजिन हुंदा है एंड इट एंटर्स पंजाब। ये भी हिमाचल तो आ रही है, रावी इज आल्सो कमिंग फ्रॉम हिमाचल एंड सतलुज इज आल्सो कमिंग फ्रॉम दैट साइड ओनली। ठीक है, हुन आ जिहड़ा माधोपुर ब्यास लिंक है तुहानू फोटो विच दिख रहा है, इट कनेक्ट्स रावी विद ब्यास। ठीक है, ये उत्थे कनेक्ट हो जाते हैं। ठीक है, उस तो बाद ਤੁਸੀਂ ਜੇ ਬਿਆਸ ਦੇ origin ਆਏ ਹਿਮਾਚਲ ਵਾਲੀ ਸਾਈਡ, ਇਹ ਹੈ ਬਿਆਸ, ਇਹ ਹੈ ਤੁਹਾਡਾ ਸਤਲੁਜ। ਇਹਨਾਂ ਨੂੰ ਇੱਥੇ ਲਿੰਕ ਕੀਤਾ ਜਾ ਰਿਹਾ ਹੈ, ਬਿਆਸ ਸਤਲੁਜ ਲਿੰਕ। ਠੀਕ ਹੈ, ਤੇ ਇੱਥੇ ਫਿਰ ਸਾਡੇ ਕੋਲ ਆ ਜਾਂਦਾ ਹੈ ਭਾਖੜਾ ਡੈਮ, ਨੰਗਲ ਡੈਮ। ਉੱਥੋਂ ਫਿਰ origin ਹੁੰਦਾ ਹੈ ਯਮੁਨਾ ਸਤਲੁਜ ਲਿੰਕ ਹੈਡ ਦਾ। ਠੀਕ ਹੈ, ਐਂਡ ਦੈਨ ਇਟ ਟਰੈਵਲਸ ਥਰੂ ਪੰਜਾਬ ਐਂਡ ਥਰੂ ਹਰਿਆਣਾ ਐਂਡ ਦੈਨ ਇਟ ਮੀਟਸ ਯਮੁਨਾ ਇਨ ਦਿੱਲੀ। ਸਤਲੁਜ ਦਾ ਜਿਹੜਾ ਵਾਟਰ ਹੈ ਉਹ ਉਵੇਂ ਹੀ ਸ਼ੇਅਰ ਹੁੰਦਾ ਹੈ ਜਿਵੇਂ ਕਿ ਪਹਿਲਾਂ ਹੁੰਦਾ ਆ ਰਿਹਾ ਹੈ ਪੁਰਾਣੇ ਟਾਈਮ ਤੋਂ। The contention is about कि जेड़ा ब्यास and रावी तो जेड़ा extra water आ रहा है उन्हों किਵੇਂ divide करना है। There is no issue on how the water of Satluj is being divided, although name is Satluj Yamuna link canal, but the contention is कि जेड़ा extra water which is coming from Byas and Ravi उन्हों किਵੇਂ ਅਸੀਂ share करना है with Haryana, that is the contentious issue between Punjab and हरियाणा। ਜਿਹੜਾ ਇਰਾਡੀ ਕਮਿਸ਼ਨ 1987 ਵਿੱਚ ਬੈਠਿਆ ਸੀਗਾ, that also talked about dividing the Byas and Ravi water between Punjab and Haryana। so this is a very important thing that you need to remember। ਤੁਸੀਂ ਦੇਖੋ ਇੱਥੋਂ ਬਿਆਸ ਨਿਕਲ ਰਹੀ ਹੈ, ਬਿਆਸ ਨੇ ਜਾ ਕੇ ਸਤਲੁਜ ਨੂੰ ਕਿੱਥੇ ਮਿਲਣਾ ਹੈ? ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸੋ, ਬਿਆਸ ਐਂਡ ਰਾਵੀ where do they meet? ਹਰੀਕੇ। ਠੀਕ ਹੈ, ਹਰੀਕੇ ਪਤਨ। ठीक है, ਹੁਣ ਜਿਹੜਾ ਹਰੀਕੇ ਹੈ you should know ਕਿ ਜਦ ਇਹ ਇੱਥੇ ਮਿਲਣਗੇ ਨਾ ਹਰੀਕੇ ਵਿੱਚ, then it one Satluj is going into Pakistan and one this will be Indira Gandhi canal ਜਿਹਦੇ ਥਰੂ ਅਸੀਂ ਰਾਜਸਥਾਨ ਨੂੰ ਪਾਣੀ ਦੇ ਰਹੇ ਹਾਂ। I have mentioned that we share water with Rajasthan also। ठीक है, तो from here हरीके पत्तन तो one branch goes into Pakistan and one branch is related to Indira Gandhi canal। ठीक है, ਉੱਥੋਂ ਪਾਣੀ ਜਾ ਰਿਹਾ ਹੈ। ਅਸੀਂ ਜਿਹੜਾ ਪਾਣੀ ਸ਼ੇਅਰ ਕਰਨਾ ਹੈ from here it will go to ਹਰਿਆਣਾ। ਜਿਹੜਾ ਅਸੀਂ ਸ਼ੇਅਰ ਕਰਨ ਤੋਂ ਮਨਾ ਕਰ ਰਹੇ, ਇੱਥੇ ਰਾਵੀ ਬਿਆਸ ਲਿੰਕ ਹੋ ਗਿਆ, ਇੱਥੇ ਸਤਲੁਜ ਐਂਡ ਬਿਆਸ ਲਿੰਕ ਹੋ ਗਿਆ, ਐਂਡ ਨਾਓ ਵੀ ਹੈਵ water of Ravi, Byas and Satluj at one place। that extra water coming from Ravi and Byas
how it needs to be shared is the point of contention between Punjab and Haryana. ठीक है, पंजाब दे कोल अपने आर्गूमेंट्स ने, ठीक है, हरियाणा कोल अपने आर्गूमेंट्स है एंड कोर्ट जेड़ा है वो कह रहा है कि जे पंजाब साडी गल नहीं मान रहा देन इट विल बी सीन एज कंटेम्प्ट ऑफ कोर्ट कि तुसी पंजाब गवर्नमेंट है जेडी इट इज नॉट लिसनिंग टू दी सुप्रीम कोर्ट। ਤੇ ਇਹ ਸਾਰਾ ਜਿਹੜਾ ਇਸ਼ੂ ਹੈ ਇਹ ਚੱਲ ਰਿਹਾ ਹੈ। ਜੇ ਹੁਣ ਤੁਸੀਂ ਮੇਨਸ ਇਹ ਸਾਰਾ ਪ੍ਰੀਵਿਅਸ ਤੁਹਾਨੂੰ ਪੁੱਛਿਆ ਜਾਏਗਾ ਕਿਹੜਾ ਰਿਵਰ ਹੈ ਕਿਹੜਾ ਡੈਮ ਹੈ, ਯੂ ਸ਼ੁਡ ਨੋ ਈਚ ਐਂਡ ਐਵਰੀ small dam, small river that is situated in Punjab that you will be covering in your, I think you have done Punjab geography, yes or no? Okay, ठीक है, तो I am assuming that you know what is this Pongdo Dam, what is Bhakra Dam, Madhopur headworks, ठीक है, you should know all this। गोविंद सागर डैम केड़ा है, ठीक है, यमुना सतलज लिंक हेड किते है, केड़े-केड़े रिवर्स ने, that you should know। हुण जे पंजाब ਨੂੰ ਬਹੁਤ ਜ਼ਿਆਦਾ ਫੋਰਸ ਕੀਤਾ ਜਾਂਦਾ ਹੈ that you need to share the water with पंजाब, ਤਾਂ ਜਿਹੜੇ ਸੈਕਟੇਰੀਅਨ ਮੂਵਮੈਂਟਸ ਨੇ ਪੰਜਾਬ ਦੇ ਵਿੱਚ, ਠੀਕ ਹੈ, ਪਹਿਲਾਂ ਵੀ ਮਿਲੀਟੈਂਸੀ ਵੀ ਆਈ ਸੀ, ਪੰਜਾਬ ਐਜ਼ ਅ ਡਿਫਰੈਂਟ ਕੰਟਰੀ and sectarian movements ਜਿਹੜੀਆਂ ਨੇ ਉਹ ਪੰਜਾਬ ਵਿੱਚ ਸ਼ੁਰੂ ਹੋ ਸਕਦੇ ਨੇ ਕਿ because these movements are fed by the money from Pakistan and the support from Pakistan, ਠੀਕ ਹੈ, ਜੋ ਵੀ ਖਾਲਿਸਤਾਨ ਵਗੈਰਾ ਦਾ ਇਸ਼ੂ ਹੈ ਤੁਸੀਂ ਉਹਨੂੰ ਵੀ ਫਿਊਲ ਕਰ ਸਕਦੇ ਹੋ। ਉਸ ਤੋਂ ਬਾਅਦ ਹਰਿਆਣਾ ਪੰਜਾਬ ਦਾ ਵਾਟਰ ਟੇਬਲ ਇਜ਼ ਵੈਰੀ ਲੋ, ਠੀਕ ਹੈ, ਜਿਹਦੇ ਕਾਰਨ ਪੰਜਾਬ ਡਸ ਨਾਟ ਵਾਂਟ ਟੂ ਸ਼ੇਅਰ ਵਾਟਰ। ਉਸ ਤੋਂ ਬਾਅਦ ਹਰਿਆਣਾ ਦਾ ਜਿਹੜਾ ਸਦਰਨ ਪਾਰਟ ਹੈ that also need waters, ਉਹਨੂੰ ਆਪਣਾ ਇਸ਼ੂ ਹੈ। ਉਸ ਤੋਂ ਬਾਅਦ ਜਿਹੜਾ ਫਾਰਮੂਲਾ ਹੈ ਜਿਹੜਾ ਯੂਜ਼ ਕੀਤਾ ਜਾ ਰਿਹਾ ਹੈ ਕਿ ਪੰਜਾਬ ਨੇ ਹਰਿਆਣਾ ਨੂੰ ਵਾਟਰ ਕਿੰਨਾ ਦੇਣਾ ਹੈ that needs to be revisited because ਹੁਣ ਜਿਹੜਾ ਇਰਾਡੀ ਕਮਿਸ਼ਨ ਨੇ ਜਿਹੜੀ ਗੱਲ ਬੋਲੀ ਸੀ that is more than 43 years old, ਠੀਕ ਹੈ, so you need a new formula because also according to international conventions ਤੁਸੀਂ ਹਰ 25 ਸਾਲ ਬਾਅਦ ਜਿਹੜਾ ਵਾਟਰ ਸ਼ੇਅਰਿੰਗ ਦੇ ਐਗਰੀਮੈਂਟਸ ਨੇ you need to revisit, ठीक है। So this was the issue, they want water, we don't want to share water, center is now going to mediate, Supreme Court has asked us to complete the construction, we are practically defying the Supreme Court by not agreeing to construct the canal। Almost most of the work has been done, a very small amount of work from the Punjab side is left, otherwise लैंड पहला एक्वायर करती सीगी। नाले ये ना बहुत ज्यादा ना पॉलिटिसाइज किया जा रहा है। I know 90% of you did not know that we were fighting not for Satluj, we are fighting for Ravi and Vyas। Even I don't think the politicians know what we are fighting for, but they know that people will think ਅਸੀਂ ਸਾਡੇ ਕਿਸਾਨ ਤਾਂ ਮਰ ਜਾਣਗੇ, ਅਸੀਂ ਨਹੀਂ ਪਾਣੀ ਦੇ ਸਕਦੇ, ਇਹ ਨਹੀਂ ਕਰ ਸਕਦੇ। So ਜਿਹੜਾ ਹੈ ਇਹਨੂੰ ਤੁਸੀਂ ਸਿਰਫ पंजाब लेवल पे भी सोचना है, तुसी इहनू इंडिया दे लेवल पे भी सोचना है, फेडरलिज्म दे एंगल नाल भी सोचना है कि कितना इंटरफेरेंस जेड़ा है वो सेंटर दा हो सकदा है। नाउ द सेंटर इज ट्राइंग टू मीडिएट कि जल शक्ति मिनिस्ट्री ने यही किया है कि तुसी कंप्लीट करो कैनाल, हाउ द वाटर इज टू बी शेयर्ड ਅਸੀਂ ट्रिब्यूनल बिठा के डिसाइड कर लांगे कि कितना पानी देना है कितना नहीं देना है। Okay, so this was the issue। I have mentioned article 143 that you need to know entry 17 of state subject, entry 56 of union subject, you need to know from where the canal starts, from where pehli baar nee pata kithe rakha gaya si, which commissions and tribunals are involved in this, what is the name of the act, this you all need to know, kede dams ne that you need to know। Now BJP, I am not BJP, Akali Dal has in the current narrative they have opposed it like anything that we don't want to share, but the Akali government was the one during the time of Prakash Singh Badal जिन्होंने सारा land acquire करवाया सीगा सतलुज यमुना लिंक दे। नहीं जब पंजाब हरियाणा डिफरेंट अलग अलग हो गए सीगे after the reorganization, it was Akali Dal who had started all this thing। Now they're opposing them it like anything that no, we are not involved, it was the bureaucracy who had done all this, so it was all politicization of the issue। okay, we also need water, they also need water, we also need to manage ਇੰਨਾ ਪਾਣੀ ਲੈਣ ਨਾਲ ਐਵੇਂ ਨਹੀਂ ਕਿ ਪੰਜਾਬ ਦੀ ਐਗਰੀਕਲਚਰ ਦੀ ਹਾਲਤ ਸੁਧਰ ਜਾਏਗੀ। there are very other deep rooted issues which are required to address the issues in India's agriculture, in Punjab's agriculture। ठीक है, the tribunal that was set up in 1987 was the Iradi Tribunal, ERADI, Iradi Tribunal was set up in 1987। okay, नहीं यमुना दे कोल इतना पानी नहीं है कि पूरा हरियाणा डूब जाएगा, it is only in certain periods that we have a lot of water। ठीक है,
So we need water. Punjab needs water. Haryana needs water. The center has to mediate, and then something we have to give water to Haryana because Punjab the ਵਿੱਚੋਂ ही निकल के हरियाणा अलग तो बनिया है, ठीक है. Although हम upper riparian state हैं, हम the river goes to Punjab, but still even Haryana has claimed rights. Okay, we have had a lot of meetings with them and everything, but still हाले तक यही जोड़ा कमीशन है यही बैठा. It is a 1987 commission. It is not the 1985 commission. It was Rajiv Longowal accord in 1985. SYL ਦੀ ਗੱਲ ਤਦ ਵੀ ਹੋਈ ਸੀ. ਉਹਨਾਂ ਨੇ ਕਿਹਾ ਸੀ ਕਿ ਅਸੀਂ ਟ੍ਰਿਬਿਊਨਲ ਬਣਾਵਾਂਗੇ and will decide how water is to be divided. Done. It is important for your pre, for your mains, and for your interview. This is a very important topic. Yes. Either you can take the side of Punjab or you can talk about India as a whole. Ke, you know, we need to live together and after 20. हाँ अभी तो the Jal Shakti. This is what the ministry is saying ना. At least construct the canal ਤਾਂ complete कर लो. Division ਦੀ ਗੱਲ देख लांगे. Tribunal बिठा दांगे. ਤਾਂ ਹੁਣ ਇਹੀ ਗੱਲ ਚੱਲ ਰਹੀ है कि tribunal बिठा दांगे. पहला तुसी कंप्लीट तो करो कनाल नु अपनी साइड तो, ठीक है. सो दिस इज द टॉपिक. नाउ वील मूव टू द इंडस वाटर ट्रीटी. इंडस वाटर ट्रीटी पिछले साल पूरा न्यूज़ सीगा. कपूरी विलेज इज द प्लेस जिथे नी पत्थर रखिया सीगा इंदिरा गांधी जी ने, ठीक है. पटियाला दे विच दे अंडर पैंदा है कपूरी विलेज. इट इज इन दी पंजाब हरियाणा बॉर्डर. ओके. See, it all depends what kind of points you have. You cannot outrightly go and say that Punjab is doing wrong. We will say we have to think about our farmers also. Always first we need to think about our farmers, but we also need to respect the Supreme Court and we have to go by law also. The best is जब तक ਤੁਹਾਡਾ पेपर होना है सॉल्व तो होना है. ਤੁਸੀਂ ਇਹੀ ਗੱਲ कहनी है कि what Punjab can do, we can at least complete the canal and with water distribution we can agree to what the tribunal is saying. Okay, चलिए अब हम करेंगे the Indus Water Treaty. Indus Water Treaty काफी न्यूज विच रहा है. I think the whole last year it was in news. After the Uri attack it was in news, ठीक है. So what we have to do in it के इंडस वाटर ट्रीटी जेड़ा है पंजाब जेड़ा इंडिया एंड पाकिस्तान है, इंडस रिवर सिस्टम जेड़ा है दोनों कंट्रीज आपस में शेयर करते हैं. देयर इज ऑलवेज सम वन और द वन अदर इशू के पंजाब इंडिया ने पानी रोक दिता. व्हेन बिफोर 1960 ये ट्रीटी साइन हुई है 1960 ਦੇ ਵਿੱਚ. ਉਹ ਤੋਂ ਪਹਿਲਾਂ ਇਸ਼ੂ ਹੀ ਚੱਲਦਾ ਰਹਿੰਦਾ ਸੀਗਾ ਕਿ ਪਾਣੀ ਇੰਡੀਆ ਨੇ ਰੋਕਤਾ, ਪਾਣੀ ਨਹੀਂ ਦੇ ਰਹੇ. ਤਾਂ ਫਿਰ ਜਿਹੜਾ ਵਰਲਡ ਬੈਂਕ है, वर्ल्ड बैंक ने मीडिएट किया एंड इट हेल्प्ड इंडिया एंड पाकिस्तान साइन दी इंडस वाटर ट्रीटी. ये साइन हुई सी कराची दे विच इन 1960 बिटवीन प्रधानमंत्री जवाहरलाल नेहरू एंड पाकिस्तान प्रेसिडेंट अयूब खान. एंड ब्रोकर केने कीता सीगा, मीडिएट केने कीता सीगा, इट वाज डन बाय द वर्ल्ड बैंक, ठीक है. इस ट्रीटी के थ्रू जेडे ईस्टर्न रिवर्स ने दैट इज ब्यास, रावी एंड सतलुज, दे वर गिवन टू India, and the western rivers that were Indus, Chenab and Jhelum, इन्हां दे unrestricted rights ਦਿੱਤੇ ਗਏ ਸੀਗੇ ਪਾਕਿਸਤਾਨ. So unrestricted rights of the eastern rivers came to India and the unrestricted rights of western rivers went to Pakistan. According to this treaty, 80% of the water in the Indus river system has been given to Pakistan. India has been very generous in this treaty. So 80% water goes to Pakistan and 20% water is with India. The unrestricted rights. But it does not mean that we cannot use the water of Indus, Chenab and Jhelum. We can use the water. We have non-consumptive rights. We have non-consumptive needs ਜਿਹੜੀਆਂ ਨੇ ਉਹ ਅਸੀਂ ਆਪਣੀ ਫੁੱਲਫਿਲ ਕਰ ਸਕਦੇ ਹਾਂ with the western rivers, ठीक है. western rivers ਕਿਹੜੇ ਨੇ Indus, Chenab and Jhelum, we have power projects in them. ਤੇ non consumptive needs ਕਿਹੜੀਆਂ ਹੋਈਆਂ ਜਿਵੇਂ ਕਿ irrigation, storage, electricity production ਜਿਹੜੀ ਹੈ ਉਹ ਅਸੀਂ ਆਪਣੇ rivers ਤੇ ਤਾਂ ਕਰ ਹੀ ਸਕਦੇ ਹਾਂ, ਜਿਹੜੇ western rivers ਹੈ ਉਹਨਾਂ ਤੇ ਵੀ ਅਸੀਂ ਕਰ ਸਕਦੇ ਹਾਂ,
ठीक है, तो इट डज नॉट मीन दैट 80% वी डोंट हैव एनी राइट, वी हैव प्रोजेक्ट्स ऑन झेलम, वी हैव, तुसी ਉਹਦਾ मैप देखो, हुरी डैम ਅਸੀਂ बनाया है, सलर डैम, पोंग डैम, भाखड़ा डैम, they are all the rivers which are part of the Indus river system. Pakistan has made Tarbela dam, Mangla dam, Panjnad barrage and Supur barrage. ठीक है, so it does not mean कि we cannot use the water of the western rivers. ਹੁਣ एक परमानेंट इंडस कमीशन है, देयर इज वन परमानेंट इंडस कमीशन, ठीक है, विच इज सेट अप बाय द यूनाइटेड नेशंस। ये याद रखना है, वर्ल्ड बैंक ने इस डील ਨੂੰ ब्रोकर ਕੀਤਾ ਸੀਗਾ, लेकिन ਜਿਹੜਾ परमानेंट इंडस कमीशन है, दिस कमीशन इज रिस्पांसिबल कि ਜਿਹੜਾ ਸਾਡਾ इंडस वाटर ट्रीटी है ये प्रॉपरली इंप्लीमेंटेड हो रही है, नहीं हो रही है, कोई कंटेंशन ਤਾਂ नहीं हो रही है, आर्बिट्रेशन ਕਰਨ ਦੀ ਲੋੜ ਤਾਂ ਨਹੀਂ है। सो वी हैव अ परमानेंट इंडस कमीशन, ਜਿਹਦੀ ਸਾਡੇ ਕੋਲ ਰੈਗੂਲਰ ਮੀਟਿੰਗਸ ਵੀ ਹੁੰਦੀਆਂ ਨੇ, ਇੰਡੀਆ ਦੇ ਰਿਪਰੈਜ਼ੈਂਟੇਟਿਵਸ ਐਂਡ ਪਾਕਿਸਤਾਨ ਰਿਪਰੈਜ਼ੈਂਟੇਟਿਵਸ meet regularly कि if the treaty is being implemented properly or not, ठीक है, ਤਾਂ ਹੁਣ ਇਹ ਤੁਸੀਂ ਯਾਦ ਰੱਖਣਾ ਹੈ। ਹੁਣ ਸਾਲ ਵਿੱਚ ਇੰਡੀਆ ਦੇ ਪਾਕਿਸਤਾਨ ਦੇ ਜਿਹੜੇ ਵਾਟਰ ਕਮਿਸ਼ਨਰਸ ਨੇ, ਦੇ ਮੀਟ ਟਵਾਈਸ ਅ ਈਅਰ, ਕੋਈ ਵੀ ਇਨਫੋਰਮੇਸ਼ਨ ਹੈ ਕਿ ਅਸੀਂ ਕਿੰਨਾ ਪਾਣੀ ਯੂਜ਼ ਕੀਤਾ, ਕਿਹੜੇ ਅਸੀਂ ਪ੍ਰੋਜੈਕਟਸ ਲਗਾਏ ਨੇ, what was the flow of the water, how it was utilized, all the information is shared between India and Pakistan through this Indus water treaty। ਹੁਣ ਇਸ਼ੂ ਕੀ ਹੁੰਦਾ ਹੈ, ਜਦ ਵੀ ਇੰਡੀਆ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਖਰਾਬ ਹੁੰਦੇ ਨੇ, ਫਿਰ ਸਟਾਪ ਸ਼ੇਅਰਿੰਗ ਵਾਟਰ, ठीक है, stop sharing water। जब उरी अटैक होया, so even the prime minister of India said that water and blood cannot flow together। ਇਹ ਸਾਡੇ prime minister ਨੇ ਇਹ ਗੱਲ ਕਹੀ ਸੀ, ठीक है। we have a lot of projects, we have Ratle project and then we have a Kishan Ganga project, ठीक है। the Ratle project is on which river and the Kishan Ganga is on which river, tell me। रातले तुसी पढ़ लिया ना पंजाब जी के, रातले कितने है ते किशन गंगा कितने है। शाहपुर कंडी दस दो, शाहपुर कंडी इज इन पंजाब, शाहपुर कंडी प्रोजेक्ट के ऊपर है। ओके, साडा जेड़ा रातले है, रातले इज ऑन चिनाब, ठीक है। चिनाब केड़ा केदा रिवर आंदा है, पाकिस्तान दा, ठीक है। किशन गंगा इज ऑन झेलम, एक केदे विच आंदा है, ये भी वेस्टर्न फ्लोइंग रिवर है, इट आल्सो गोस टू पाकिस्तान, ठीक है। ते हुण जद उरी दा जेड़ा अटैक होया सीगा, उस तो बाद साडे प्रोजेक्ट सीगे, एक सीगा शाहपुर कंडी प्रोजेक्ट, शाहपुर कंडी प्रोजेक्ट इज इन पठानकोट ऑन रावी रिवर एंड देन वी हैव ऊज मल्टीपर्पज प्रोजेक्ट है, दैट इज आल्सो ऑन रावी। द शाहपुर कंडी एंड ऊज रिवर प्रोजेक्ट ने ਇਹ ਹੈਗੇ ਨੇ ਰਾਵੀ ਤੇ। ਪਹਿਲਾਂ ਅਸੀਂ ਇਹ ਰੋਕ ਰੱਖੇ ਸੀਗੇ ਪ੍ਰੋਜੈਕਟ ਬਿਕੋਜ਼ ਪਾਕਿਸਤਾਨ ਨੇ ਇਹਨਾਂ ਤੇ ਕਿਹਾ ਸੀਗਾ, ਆਬਜੈਕਸ਼ਨ ਰੇਜ਼ ਕੀਤੀ ਸੀਗੀ, ਲੇਕਿਨ ਜਦ ਉਰੀ ਅਟੈਕ ਹੋਇਆ, ਇੰਡੀਆ ਨੇ ਇਹਨਾਂ ਤੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ। ਹੁਣ ਇਸ਼ੂ ਇਹੀ ਆਂਦਾ ਹੈ ਹਰ ਵਾਰ ਕਿ ਜਦ ਵੀ ਆਂਦਾ ਹੈ ਕਿ ਪਾਣੀ ਰੋਕ ਦੋ, ਇੰਡੀਆ ਨੂੰ ਇੰਡਸ ਵਾਟਰ ਟ੍ਰੀਟੀ ਤੋਂ ਆਪਣਾ ਨਾਮ ਜਿਹੜਾ ਹੈ ਉਹ ਵਾਪਸ ਲੈ ਲੈਣਾ ਚਾਹੀਦਾ ਹੈ कि क्या इंडिया ਜਿਹੜਾ है इस ट्रीटी तो अपना हाथ वापस खींच सकता है। अकॉर्डिंग टू इंडस वाटर ट्रीटी दोनों कंट्रीज यूनिलेटरली, मतलब आपस कल्ले कल्ले इस ट्रीटी तो हाथ नहीं खींच सकते, बट इफ इंडिया गोज बाय द वियना कन्वेंशन ऑन इंटरनेशनल ट्रीटीज, ਉਹਦੇ आर्टिकल 64 ਦੇ अंडर अकॉर्डिंग टू वियना कन्वेंशन ਜਿਹੜੀ कि इंटरनेशनल ट्रीटीज ਦੇ रिगार्डिंग ने, ਉਹਦਾ आर्टिकल 64 ਇਹ ਕਹਿੰਦਾ है कि we as a sovereign country have the right to back out from a treaty, लेकिन ਉਹਦੇ ਅੰਦਰ ਵੀ certain conditions ਸੀ। लेकिन इंडस वाटर ट्रीटी ਵਿੱਚ ਕਿਤੇ ਵੀ ਇਹ ਚੀਜ਼ ਨਹੀਂ ਦਿੱਤੀ ਹੋਈ ਕਿ ਅਸੀਂ unilaterally इंडस वाटर ट्रीटी ਦੇ ਵਿੱਚੋਂ ਆਪਣਾ ਹੱਥ ਖਿੱਚ ਲਈਏ ਜਾਂ ਪਾਣੀ ਰੋਕ ਦਈਏ ਜਾਂ ਐਦਾਂ ਕਰ ਲਈਏ, ਠੀਕ ਹੈ। because if we do this it will ruin our reputation in the world geopolitics। so for exam you need to know ਕਿਹਨੇ ਇਹ treaty sign ਕੀਤੀ ਸੀ, ਨਹਿਰੂ ਜੀ and ਅਯੂਬ ਖਾਨ ਨੇ। ਕਦ ਸਾਈਨ ਹੋਈ ਸੀ, 1960। who was the broker, it was world bank। permanent indus commission ਹੈ ਜਿਹੜਾ, it was set up by the united nations। ਕਿਹੜੇ rivers involved ਨੇ, ਕਿਹੜੇ ਕਿਹੜੇ dams ਕਿਹੜੇ ਕਿਹੜੇ rivers ਤੇ ਬਣੇ ਨੇ। ਪਾਕਿਸਤਾਨ ਹਮੇਸ਼ਾ issue raise ਕਰਦਾ ਹੈ ਸਾਡੇ ਕਿਸ਼ਨ ਗੰਗਾ, ਰਾਤਲੇ, शाहपुर कंडी ते, they say you are utilizing a lot more water कि non consumptive needly allowed ता है, ठीक है, लेकिन तुसी ज्यादा पानी यूज कर रहे हो, ठीक है। इवन पाकिस्तानीज कॉल इट
ਵਾਟਰ ਟੈਰਰਿਜ਼ਮ ਕਿ ਤੁਸੀਂ ਪਾਣੀ ਰੋਕਦੇ ਹੋ, ਤੁਸੀਂ ਜ਼ਿਆਦਾ ਪਾਣੀ ਯੂਜ਼ ਕਰ ਰਹੇ ਹੋ, ਤੁਸੀਂ ਇੰਨਾ ਪਾਣੀ ਉੱਥੇ ਸਟੋਰ ਕਰ ਲੈਂਦੇ ਹੋ ਕਿ ਜਿਹੜਾ ਫਲੋ ਹੈ ਉਹ ਸਾਡੇ ਕੋਲ ਘੱਟ ਆਂਦਾ ਹੈ, ਜਦ ਝੇਲਮ ਵਿੱਚ ਪਾਣੀ ਵੱਧ ਜਾਂਦਾ ਹੈ ਤੁਸੀਂ ਜ਼ਿਆਦਾ ਛੱਡ ਦਿੰਦੇ ਹੋ, ਸਾਡੇ ਉੱਥੇ ਬਾੜ ਆ ਜਾਂਦੀ ਹੈ। ਸੋ it is a certain level Indus Water Treaty has been highly successful, but whenever there is some contention, there's some border issues, we always bring in the Indus Water Treaty. 80% of the Indus water river system ka water is with Pakistan. We have rights over 20%. Okay. Under Indus Water Treaty, we cannot back out. Okay. But according to Vienna Convention on International Treaties, under Article 64, as a sovereign state, we can. But we are not going to. It will destroy our reputation. ठीक है, geopolitics के अंदर international relations में, so we are not. I don't think they are going to back out in near future. This is the politicians used to gather votes. ठीक है, ਇੰਨੇ ਸਾਲ ਹੋ ਗਏ ਹੁਣ ਤੱਕ ਤਾਂ ਕਦੇ 1960 ਤੋਂ ਬਾਅਦ ਸਾਡਾ 65 ਨਾਲ ਚਾਈਨਾ ਦਾ ਵਾਰ ਹੋ ਗਿਆ, ਵੀ ਹੈਡ ਦੀ ਕਾਰਗਿਲ ਵਾਰ, 90s ਵਿੱਚ ਵਾਰ ਹੋਏ ਨੇ, ਅੱਜ ਤੱਕ ਤਾਂ ਅਸੀਂ ਕਦੀ ਨਹੀਂ ਪਾਣੀ ਨੂੰ ਦੇਣਾ ਬੰਦ ਕੀਤਾ, ਤਾਂ ਹੁਣ ਵੀ ਇਟ ਇਜ਼ ਜਸਟ what Narendra Modi is using to get gather votes. Okay, whenever the economy is going down, you see something happens in India and no one thinks about the economy. Right now we are not thinking about the economy. Non-consumptive needs ਲਈ ਅਸੀਂ use ਕਰ ਸਕਦੇ ਹਾਂ even the western rivers, यानी कि non-consumptive मतलब छोटे मोटे ਜਿਹੜੇ uses ने which that are listed in the Indus Water Treaty, ਜਿਹਦੇ ਅੰਦਰ ਆਂਦਾ ਹੈ irrigation ਲਈ use ਕਰ ਸਕਦੇ ਹਾਂ, storing ਲਈ use ਕਰ ਸਕਦੇ ਹਾਂ, for the dam constructions and electricity production you can use. शाहपुर कंडी ਦੇ ਅੰਦਰ ਉਹ ਕਹਿ ਰਹੇ ਨੇ ਤੁਸੀਂ ਸਭ ਸਾਰਾ ਹੀ ਪਾਣੀ ਰੋਕ ਲੋਗੇ, you are using all the water, ਸਾਡੇ ਕੋਲ ਤਾਂ ਕੁਝ ਵੀ ਨਹੀਂ ਬਚਿਆ, ਵੀ ਠੀਕ ਹੈ ਤੁਹਾਡਾ ਰਾਈਟ ਨੇ, ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰਾ ਪਾਣੀ ਰੋਕ ਲਓ। they do this. Done. चलो, now someone has asked me about the Libyan crisis. ठीक है, Libyan crisis is related to international relation. So Libya ਜਿਹੜੀ country है, where is Libya? Tell me where is Libya? If you don't know, फिर ਤਾਂ वो औखी ਗੱਲ है फिर। Where is Libya? Where in Africa? South, north, south, east, south, west, north, east, now north, where is it? Okay, it's in Africa. You must have seen on the screen also, but otherwise you should have known without looking at the screen. Okay, it is here in Africa, but if you have to look at the map, ऊपर कहाँ, यहाँ पे क्या है, there is Mediterranean Sea. ठीक है, which are the countries? यहाँ पे Tunisia है, Algeria है, Niger है, Chad, Sudan and Egypt. These are the ones जो उसको surround कर रहे हैं. So you need to know all these countries which are surrounding Libya right now. Okay, so Libya got independence in 1951. It got independence in 1951. I had told you we were very lucky that we had such politicians that did not think about dictatorship, but other countries was not that lucky. So in 1969, Colonel Gaddafi, he got hold of the power. He started dictatorship. ठीक है, and वेस्टर्न कंट्रीज में क्यों प्रॉब्लम हो रही है कि गद्दाफी डिक्टेटरशिप चला रहा है? they are not at all concerned about democracy. Libya is the largest has the largest oil reserves in Africa. Libya has the largest oil reserves in Africa, and it is one of the largest producers of oil in the world. If there is instability in Libya, then the world oil prices will be affected. Okay, world oil prices are affected. अब oil है, जिथे oil है उथे western countries are going to interfere. So in 2011 backed by NATO, ठीक है, he was removed, Colonel Gaddafi, he was also killed, and वहां पे जो है नई गवर्नमेंट लाने की बात की गई थी, ठीक है, it was backed by NATO यानी कि western alliances. तो this happened in 2011, and when Arab Spring came, which was pro democracy की democracy होनी चाहिए, जितने भी dictators हैं इस region में उन्हें हट जाना चाहिए था, ये सारी चीजें होनी शुरू हो गई हैं 2011 तो लेके जब तो western countries ने interfere किया है उस तो बाद तक हाले तक लीबिया ਦੇ ਵਿੱਚ कदे भी stability नहीं आई है किसी भी तरीके से. It is a oil rich country. Obviously whenever there is a oil rich country, other countries are interested in
दैट कंट्री। ठीक है, हुण जे तुसी हुण करंट दी गल करो, जिहड़ी कैपिटल ऑफ लीबिया है दैट इज त्रिपोली। ठीक है, हुण दो गवर्नमेंट्स ने लीबिया दे विच, वन इज इन त्रिपोली, ठीक है, अदर गवर्नमेंट इज इन तोब्रुक। वन इज गवर्नमेंट इन द वेस्ट, वन इज गवर्नमेंट इन द ईस्ट। ਜਿਹੜੀ ਕਿ UN या वर्ल्ड ऑर्गेनाइज ਜਿਹੜਾ रिकॉग्नाइज करता है ਜਿਹੜੀ गवर्नमेंट ਨੂੰ दैट इज त्रिपोली बेस्ड। लेकिन ਜਿਹੜੀ त्रिपोली बेस्ड गवर्नमेंट है दैट इज रन बाय द गवर्नमेंट ऑफ नेशनल अकॉर्ड। ਉਹਨਾਂ ਦੀ ਪਾਰਟੀ ਦਾ ਨਾਮ ਹੈ GNA, दैट इज गवर्नमेंट ऑफ नेशनल अकॉर्ड। ਜਿਹੜੀ ਤੋਬਰੁਕ ਦੇ ਵਿੱਚ है इट इज रन बाय द लीबियन नेशनल आर्मी। ਤਾਂ ਇਹ ਇਹਨਾਂ ਨੂੰ ਹਟਾਉਣਾ ਚਾਹੁੰਦੀ ਹੈ, ਇਹ ਇਹਨਾਂ ਨੂੰ ਹਟਾਉਣਾ ਚਾਹੁੰਦੇ ਨੇ। ਠੀਕ है, GNA ਨੂੰ ਕੌਣ ਸਪੋर्ट कर रहा है? टर्की एंड कतर। LNA ਨੂੰ ਕੌਣ ਸਪੋर्ट कर रहा है? इजिप्ट, सऊदी अरेबिया, UAE, रशिया। ਤਾਂ ਉਹ ਆਪਸ ਵਿੱਚ ਲੜ ਰਹੇ ਨੇ। GNA and LNA are fighting with each other and ਇਹਨਾਂ ਨੂੰ ਅਲੱਗ-ਅਲੱਗ western and eastern foreign countries are supporting it। ठीक है, they provide them money, they provide them resources, all this because oil, for oil and international geopolitics ਦੇ ਵਿੱਚ ਇਹ ਸਭ ਆਪਣੀ ਪਾਵਰ ਦਾ ਪ੍ਰਦਰਸ਼ਨ ਕਰਨ ਲਈ they fight with each other। ठीक है, ਹੁਣ LNA attacks GNA, GNA attacks LNA and ਇਹਦੇ ਕਾਰਨ ਜਿਹੜੇ ਉੱਥੇ ਹਿਊਮਨ ਰਾਈਟਸ ਹੈ ਉਹਨਾਂ ਦੀ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ and there is a lot of migration, people are running out of Libya because there is so much of instability। when there was a time of Gaddafi, Libya has one of the highest living standards in the world, but after Gaddafi was taken down ਹੁਣ economy ਦਾ बहुत ज्यादा बुरा हाल है। although it is an oil rich country, it can earn a lot of money, still the economy is in turmoil because of the geopolitics, because of the internal turmoil, because two parties are fighting for power। ठीक है, ਹੁਣ GNA had proposed that we need to have proper elections for president and the prime minister, so they are fighting with each other ਜਿਹਦੇ ਕਰਕੇ ਹੁਣ ਇਹ ਸਾਰਾ ਇਸ਼ੂ ਚੱਲ ਰਿਹਾ ਹੈ। UN ਜਿਹੜਾ ਹੈ UN त्रिपोलिस वाली गवर्नमेंट ਨੂੰ रिकॉग्नाइज करता है। UN ने इस रीजन ਦੇ ਵਿੱਚ अपनी सपोर्ट ਕਰਨ ਦੇ ਲਈ ਇੱਕ ਆਰਗੇਨਾਈਜੇਸ਼ਨ बनाई है UNSMIL, which means UN supports mission in Libya। ठीक है, if in paper you are asked what is UNSMIL, that is UNSMIL, which stands for United Nations Supports Mission in Libya। ਤਾਂ ਇਹਦੇ ਥਰੂ UN ਜਿਹੜਾ ਹੈ ਉਹ ਤੇ ਹਿਊਮੈਨਿਟੇਰੀਅਨ ਕ੍ਰਾਈਸਿਸ ਨੂੰ ਕਰਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਲੋਕ ਭੁੱਖੇ ਮਰ ਰਹੇ ਨੇ, ਰੋਜ਼ ਉੱਤੇ ਬੰਬ ਬਲਾਸਟ ਹੋ ਰਹੇ ਨੇ, one party blames the other and ਜਿਹਦੇ ਕਾਰਨ ਲੀਬੀਆ ਵਿੱਚ ਕਿਸੇ ਵੀ ਟਾਈਪ ਦੀ ਸਟੇਬਿਲਿਟੀ ਨਹੀਂ ਹੈ। one of major reason is the interference of the other countries। ठीक है, GNA ਨੂੰ ਕੁਝ ਸਪੋਰਟ ਕਰ ਰਹੇ ਨੇ, LNA ਨੂੰ ਕੋਈ ਸਪੋਰਟ ਕਰ ਰਿਹਾ, ਜਿਹਦੇ ਕਾਰਨ ਉੱਥੇ ਬਹੁਤ ਜ਼ਿਆਦਾ ਇਨਸਟੇਬਿਲਿਟੀ ਆ ਰਹੀ ਹੈ। So this was the issue ਜਿਹੜਾ ਕਿ ਇੱਥੇ ਆ ਰਿਹਾ ਹੈ। then there is one movement which was in news, that is Hirak। Hirak ਦੀ 1 ਸਾਲ ਦੀ ਐਨੀਵਰਸਰੀ ਹੋਈ ਹੈ ਅਗਸਤ 23 ਨੂੰ। and what is Hirak? anyone, what is Hirak? anyone has heard anything regarding Hirak in news? ਕਿਹੜੀ ਕੰਟਰੀ ਨਾਲ ਰਿਲੇਟਡ ਹੈ Hirak? I am getting no answers whatsoever and there are almost 90 students। okay, this is just one answer। ठीक है, yes, Hirak is a movement in Algeria। ठीक है, protest हो रहे ने in Algeria, you need to read about it। you can be asked what is Hirak, recently seen news ਕਿਹੜੀ ਕੰਟਰੀ ਨਾਲ ਰਿਲੇਟਡ ਹੈ। ਤਾਂ ਅਲਜੀਰੀਆ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ। Hirak ਅਗਸਤ 23 ਨੂੰ ਉਹਦਾ 1 ਸਾਲ ਹੋ ਚੁੱਕਾ ਹੈ। they are also for democratic rights and for constitutions and democracy। ਇਹਦੇ ਕਰਕੇ ਜਿਹੜਾ ਹੈ ਇਸ਼ੂ ਹੋ ਰਿਹਾ ਹੈ in Algeria and that has also come into Libya also। So Hirak movement has also got support from Libya, the people of Libya, but ਉੱਥੇ human rights ਨੂੰ ਕਰਬ ਕੀਤਾ ਜਾ ਰਿਹਾ ਹੈ ਜਿਹਦੇ ਕਾਰਨ issues ਚੱਲ ਰਹੇ ਨੇ। ਲੀਬੀਆ ਜਿਹੜਾ ਹੈ it is in turmoil। for your paper you need to know UNSMIL, you need to know the position of Libya geographically kithe hai and which is the capital, and it comes under Sahara Desert। ठीक है, it is a sub-Saharan African country। okay, so these were the 3 topics which were asked by the students, you had asked me to cover it। it is not important
ਕਿ GNA ਨੂੰ ਕੌਣ ਸਪੋਰਟ ਕਰ ਰਿਹਾ, ਲੀਬੀਆ ਦੇ ਵਿੱਚ LNA ਨੂੰ ਕੌਣ ਸਪੋਰਟ ਕਰ ਰਿਹਾ ਹੈ। You just need to know that other different countries are involved। ਹੁਣ ਇੰਡੀਆ ਵਿੱਚ ਆ ਕੇ ਅਮਰੀਕਾ, ਰਸ਼ੀਆ, ਚਾਈਨਾ, ਪਾਕਿਸਤਾਨ, ਬਾਂਗਲਾਦੇਸ਼ ਸਾਰੇ ਇੰਟਰਫੇਅਰ ਕਰਨ ਲੱਗ ਪਏ। ਇੰਡੀਆ ਕਾਂਗਰਸ ਨੂੰ ਸਪੋਰਟ ਕਰੇ China, BJP ਨੂੰ support करे USA, obviously India will not be stable। That is same thing happening in Libya। Okay, but you don't need to remember that। You need to know about Tobruk, Tripolis। Tripolis is the official capital of Libya। ठीक है, it's a part of Sahara। What are the neighboring countries that you need to know? Kyoto Holan judgment I had explained regarding the role of the speaker, so you need to go back and read that whole topic। Tobruk is where the other government is based, but the official capital is Tripolis only। Okay, official capital is that only। And for doubts, please mail kar diya karo। I hardly I get text messages only। I need, if you send me mails, I can't take up a new topic in the class now। What are the doubts that are coming? Sachin pilot wala issue, that is anti-defection। We have done anti-defection in class। We have discussed it properly। Libyan crisis में they can ask you the capital of Libya, they can ask you about the geographical position of Libya। This is what they can ask। And sub-Saharan वो है। So why you need to read about Libya's geography? Because Libyan crisis के कारण it is in news। Okay, last Sunday's PDF is pending। You will get it by tomorrow। Today's you will get it by tomorrow। These 3 topics and पिछले 5-6 you will get it। ठीक है? चलिए आज का सेशन जो है यही खत्म करते हैं। Thank you so much।